ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਇਸ ਸੰਸਾਰ ਦੇ ਅੰਦਰ ਔਰ ਖਾਸ ਕਰਕੇ ਧਾਰਮਿਕ ਦੁਨੀਆ ਦੇ ਅੰਦਰ ਬਹੁਤ ਸਾਰੇ ਐਸੇ ਰਹੱਸ ਵਾ ਜਿਨ੍ਹਾਂ ਬਾਰੇ ਇਸ ਸੰਸਾਰ ਦੇ ਲੋਕੀ ਕਦੀ ਜਾਣ ਨਹੀਂ ਸਕਦੇ। ਕਿਉਂਕਿ ਐਸੇ ਜੋ ਰਹੱਸ ਵਾ ਉਹ ਕੇਵਲ ਤੇ ਕੇਵਲ ਮਹਾਂਪੁਰਖ ਹੀ ਜਾਣਦੇ ਆ, ਜਿਹੜੇ ਮਹਾਂਪੁਰਖ ਇਸ ਦੁਨੀਆ ਦੇ ਵਿੱਚ ਰੰਗੇ ਹੁੰਦੇ ਆ। ਸੋ ਅੱਜ ਦੱਸ ਕਿਵੇਂ ਇੱਕ ਛੋਟਾ ਲੜਕਾ ਜਿਹੜਾ ਆਪਣੇ ਪਿਤਾ ਜੀ ਦੇ ਨਾਲ ਮਹਾਂਪੁਰਖਾਂ ਦੇ ਅਸਥਾਨ 'ਤੇ ਆਇਆ ਸੀਗਾ, ਔਰ ਜਿਹੜੀ ਉਸ ਟਾਈਮ ਗਿਰੀਰਾਜ ਦੀ ਜਿਹੜੀ ਮੂਰਤੀ ਸੀ, ਉਸ ਮੂਰਤੀ ਦੇ ਵਿੱਚ ਉਹ ਬੱਚਾ ਜਿਹੜਾ ਸੀ ਸਮਾ ਗਿਆ। ਇਸ ਇੱਕ ਅਚਰਜ ਘਟਨਾ ਦਾ ਜ਼ਿਕਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਇੱਕ ਮਹਾਤਮਾ ਹੋਏ ਆ ਜਿਨ੍ਹਾਂ ਨੂੰ ਲੋਕੀ ਜਿਹੜੇ ਸੀ ਪਿਆਰ ਦੇ ਨਾਲ ਭਗਤ ਮਾਲੀ ਜੀ ਕਹਿੰਦੇ ਸੀਗੇ। ਇਹ ਭਗਤ ਮਾਲੀ ਜੀ ਮਹਾਂਪੁਰਖ ਜਿਹੜੇ ਬਹੁਤ ਉੱਚ ਕੋਟੀ ਦੇ ਸਾਧੂ ਸੰਤ ਹੋਏ ਆ। ਨਾਮ ਰਸੀਏ ਭਜਨੀਕ ਤਪਸਵੀ ਮਿੱਠ ਬੋਲੜੇ ਔਰ ਖਾਸ ਕਰਕੇ ਦਇਆ ਦੇ ਸਾਗਰ ਸੀਗੇ। ਸੋ ਜੋ ਵੀ ਮੂੰਹ ਤੋਂ ਬਚਨ ਬੋਲਦੇ ਸੀ ਨਾ, ਬਿਲਕੁਲ ਸੱਤ ਹੋ ਜਾਂਦਾ ਸੀਗਾ। ਔਰ ਇਹਨਾਂ ਦੇ ਪਾਸ ਦਰਸ਼ਨ ਕਰਨ ਵਾਸਤੇ ਲੋਕਾਂ ਦੇ ਜਿੰਨੇ ਵੀ ਮੰਤਰੀ ਸੰਤਰੀ ਅਮੀਰ ਗਰੀਬ ਸਾਰੇ ਜਿਹੜੇ ਲੋਕੀ ਸੀ, ਉਹਨਾਂ ਦੀ ਭੀੜ ਲੱਗੀ ਰਹਿੰਦੀ ਸੀ। ਔਰ ਇੱਕ ਵਾਰ ਦੱਸਦੇ ਆ, ਇੱਕ ਮਥੁਰਾ ਦਾ ਨਾ CEO ਜਿਹੜਾ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਅਕਸਰ ਵਿੱਚ ਕਿਤੇ ਆਉਂਦਾ ਸੀਗਾ। ਇਹ ਜਿਹੜਾ ਮਥੁਰਾ ਦਾ CEO ਸੀ, ਇੱਕ ਵਾਰ ਆਪਣਾ ਇਹਦਾ ਲੜਕਾ ਜਿਹਦੀ ਉਮਰ ਤਕਰੀਬਨ 5-7 ਸਾਲ ਦੇ ਕਰੀਬ ਸੀ, ਇਹ ਨਾ ਮਹਾਂਪੁਰਖ ਭਗਤ ਮਾਲੀ ਜੀ ਦੇ ਦਰਸ਼ਨ ਕਰਨ ਵਾਸਤੇ ਇਹਨਾਂ ਦੇ ਅਸਥਾਨ 'ਤੇ ਪਹੁੰਚਿਆ। ਜਦ ਇਹਨਾਂ ਦੇ ਸਥਾਨ 'ਤੇ ਆਇਆ ਅਤੇ ਜਿਵੇਂ ਉਸ ਸਥਾਨ ਦੀ ਮਰਜ਼ਾਦਾ ਹੈਗੀ ਆ ਵੀ ਅਗਰ ਕੋਈ ਦੂਰੋਂ ਦਰਸ਼ਨ ਕਰਨ ਆਵੇ ਅਤੇ ਜਿੱਥੇ ਭਗਤ ਮਾਲੀ ਜੀ ਦਾ ਪੂਜਾ ਸਥਲ ਕਮਰਾ, ਜਿੱਥੇ ਮੂਰਤੀ ਸੁਸ਼ੋਭਿਤ ਵਾ, ਉਹਦੀ ਜਿਹੜੀ ਸੰਗਤ ਵਾ ਉਹ ਪਰਿਕਰਮਾ ਕਰਦੀ ਆ। ਸੋ ਇਹ ਜਿਹੜਾ CEO ਸੀਗਾ, ਇਹ ਵੀ ਆਪਣੇ ਬੱਚੇ ਦੇ ਨਾਲ ਉਸ ਸਥਾਨ ਦੀ ਜਿਹੜੇ ਪਰਿਕਰਮਾ ਕਰਨ ਲੱਗਾ। ਜਦ ਪਰਿਕਰਮਾ ਕਰਨ ਲੱਗਾ, ਅਚਨਚੇਤ ਬੱਚਾ ਜਿਹੜਾ ਸੀਗਾ CEO ਦਾ, ਉਹ ਆਪਣੇ ਪਿਤਾ ਜੀ ਨੂੰ ਕਹਿਣ ਲੱਗਾ, ਪਿਤਾ ਜੀ ਉਹ ਦੇਖੋ ਇੱਕ ਉੱਚੇ ਲੰਮੇ ਜਵਾਨ ਸਾਧੂ ਜਿਨ੍ਹਾਂ ਦਾ ਸੁੰਦਰ ਚਿੱਟਾ ਪ੍ਰਕਾਸ਼ ਦਾੜਾ ਹੈਗਾ ਅਤੇ ਉਹਨਾਂ ਦਾ ਚਿਹਰਾ ਜਿਹੜਾ ਹੈਗਾ ਉਹ ਦਗ ਦਗ ਕਰ ਰਿਹਾ ਹੈਗਾ, ਕਿਵੇਂ ਆਪਣੇ ਵੱਲ ਆ ਰਹੇ। ਪਿਤਾ ਜੀ ਦੇਖੋ, ਦਰਸ਼ਨ ਕਰੋ। ਜਦ ਇੰਨੀ ਗੱਲ ਹੋਈ ਅਤੇ CEO ਸਾਹਿਬ ਮਥੁਰਾ ਦੇ ਨੇ ਜਦ ਦੇਖਿਆ, ਇਹਨਾਂ ਨੂੰ ਕੋਈ ਚੀਜ਼ ਉੱਥੇ ਦਿਖਾਈ ਨਹੀਂ ਦਿੱਤੀ। ਉਹ ਕਹਿਣ ਲੱਗੇ ਕਿ ਮੈਨੂੰ ਤਾਂ ਕੋਈ ਦਿਖਾਈ ਨਹੀਂ ਦੇ ਰਿਹਾ। ਪਰ ਇਹ ਬੱਚਾ ਕਹਿਣ ਲੱਗਾ, ਉਹ ਦੇਖੋ ਤਾਂ ਉਹ ਸਾਧੂ ਆਪਣੇ ਵੱਲ ਹੀ ਆ ਰਿਹਾ ਹੈਗਾ। ਜਦ ਇੰਨੀ ਗੱਲ ਹੋਈ ਅਤੇ ਇਹ CEO ਸਾਹਿਬ ਹੋਰ ਵੀ ਜ਼ਿਆਦਾ ਹੈਰਾਨ ਹੋ ਗਏ। ਉਹ ਕਹਿਣ ਲੱਗੇ ਆਪਣੇ ਬੱਚੇ ਨੂੰ, ਤੂੰ ਕਿਹੋ ਜਿਹੀ ਗੱਲ ਕਰਦਾ ਹੈ, ਅਗਰ ਉਹ ਆ ਰਿਹਾ ਤਾਂ ਮੈਨੂੰ ਨਾ ਦੀਦਾ। ਪਰ ਬੱਚਾ ਕਹਿਣ ਲੱਗਾ ਕਿ ਮੈਨੂੰ ਤਾਂ ਸਾਫ਼ ਦਿਖਾਈ ਦੇ ਰਿਹਾ ਹੈਗਾ, ਮੇਰੇ ਵੱਲ ਆ ਰਿਹਾ ਹੈਗਾ। ਜਦ ਇੰਨੀ ਗੱਲ ਹੋਈ, ਉਹ CEO ਸਾਹਿਬ ਜਿਹੜੇ ਸੀ ਚੁੱਪ ਕਰ ਗਏ, ਆਪਣੇ ਬੱਚੇ ਵੱਲ ਦੇਖਣ ਲੱਗ ਪਏ। ਗੱਲ ਕੀ, ਉਹ ਜਿਹੜਾ ਬੱਚਾ ਸੀਗਾ ਉਸ ਬੱਚੇ ਨੂੰ ਉਹ ਜਿਹੜਾ ਅਦ੍ਰਿਸ਼ ਦੁਨੀਆ ਦਾ ਸਾਧੂ ਮਹਾਤਮਾ ਆਇਆ ਸੀਗਾ, ਉਹਨੇ ਉਸ ਬੱਚੇ ਦੀ ਉਂਗਲ ਫੜੀ, ਹੱਥ ਫੜਿਆ ਅਤੇ ਆਪਣੇ ਨਾਲ ਲੈ ਕੇ ਜਿੱਧਰ ਪੂਜਾ ਸਥਲ ਦਾ ਕਮਰਾ ਸੀਗਾ, ਮੂਰਤੀ ਜਿੱਥੇ ਲੱਗੀ ਹੋਈ ਸੀ ਸੁਸ਼ੋਭਿਤ ਗਿਰੀਰਾਜ ਜੀ ਦੀ, ਉੱਧਰ ਨੂੰ ਚੱਲ ਪਿਆ। ਜਦ ਉਹ ਬੱਚਾ ਤੁਰ ਪਿਆ, ਇਹਦੇ ਪਿਤਾ ਜੀ ਜਿਹੜੇ ਸੀਗੇ ਆਪਣੇ ਬੱਚੇ ਨੂੰ ਇਸ ਤਰ੍ਹਾਂ ਜਾਂਦਾ ਦੇਖ ਕੇ ਕਹਿਣ ਲੱਗੇ, ਬੇਟਾ ਤੂੰ ਕਿੱਧਰ ਜਾ ਰਿਹਾ। ਪਰ ਉਹ ਬੱਚਾ ਜਿਹੜਾ ਸੀਗਾ ਹੁਣ ਸਾਧੂ ਦੇ ਸਿਫਾਰਿਸ਼ ਦੇ ਨਾਲ ਉਹ ਦੁਨੀਆ ਦਾ ਇਹ ਜਿੰਨਾ ਵੀ ਜਿਹੜਾ ਸੀਗਾ ਸਾਰੀਆਂ ਸੁਣਨ ਦੀਆਂ ਜਿੰਨੀਆਂ ਕਿਰਿਆਵਾਂ ਸੀਗੀਆਂ, ਬੋਲ ਚਾਲ ਹਰਕਤ ਗਤੀਵਿਧੀਆਂ, ਸਭ ਤੋਂ ਜਿਹੜਾ ਸੀਗਾ ਉਹਦਾ ਸੰਬੰਧ ਟੁੱਟ ਗਿਆ। ਉਹ ਬੱਚਾ ਉਸ ਮਹਾਤਮਾ ਦੀ ਸ਼ੋਅ ਦੇ ਨਾਲ ਹੀ ਇੱਕ ਐਸੀ ਦੁਨੀਆ 'ਚ ਪਹੁੰਚ ਗਿਆ ਕਿ ਉਹਨੂੰ ਇੱਧਰ ਦੀ ਕੋਈ ਸੁੱਧ ਬੁੱਧ ਨਹੀਂ ਰਹੀ। ਪਰ ਇਹਨਾਂ ਦੇ ਪਿਤਾ CEO ਜਿਹੜੇ ਮਥੁਰਾ ਦੇ ਸੀ, ਉਹਨਾਂ ਨੂੰ ਕੋਈ ਸਮਝ ਨਹੀਂ ਲੱਗੀ ਕਿ ਬੱਚਾ ਕਿੱਧਰ ਜਾ ਰਿਹਾ ਹੈਗਾ। ਗੱਲ ਕੀ, ਦੇਖਦੇ ਇਹਨਾਂ ਪਿਤਾ ਜੀ ਦੇ ਸਾਹਮਣੇ ਉਹ ਜਿਹੜਾ ਬੱਚਾ ਸੀਗਾ ਪਰ ਸਾਧੂ ਦਿਖਾਈ ਨਹੀਂ ਸੀ ਦੇ ਰਿਹਾ। ਉਹ ਬੱਚਾ ਜਦ ਮੂਰਤੀ ਦੇ ਸਾਹਮਣੇ ਗਿਆ ਅਤੇ ਮੂਰਤੀ ਦੇ ਸਾਹਮਣੇ ਜਾਂਦਾ ਹੀ ਬੱਚਾ ਜਿਹੜਾ ਸੀਗਾ ਉਹ ਮੂਰਤੀ ਦੇ ਅੰਦਰ ਇਹਨਾਂ ਦੇ ਪਿਤਾ ਜੀ ਨੇ ਆਪ ਅੱਖੀਂ ਜਾਂਦਾ ਦੇਖਿਆ ਅਤੇ ਉੱਥੇ ਹੀ ਉਹ ਬੱਚਾ ਜਿਹੜਾ ਗਾਇਬ ਹੋ ਗਿਆ। ਜਦ ਅਦ੍ਰਿਸ਼ ਹੋ ਗਿਆ, ਇਹਦੇ ਪਿਤਾ ਜੀ ਹੈਰਾਨ ਹੋ ਗਏ ਕਿ ਮੇਰਾ ਬੱਚਾ ਕਿੱਧਰ ਚੱਲ ਗਿਆ, ਅੱਖਾਂ ਦੇ ਸਾਹਮਣੇ ਅਦ੍ਰਿਸ਼ ਹੋ ਗਿਆ। ਉਸ ਤੋਂ ਬਾਅਦ ਇਹਨਾਂ ਦੇ ਪਿਤਾ ਜੀ ਨੇ ਬੜਾ ਜਿਹੜਾ ਸੀ ਰੌਲਾ ਪਾਇਆ, ਕਿਉਂਕਿ ਵੱਡੇ ਅਫਸਰ ਪੁਲਿਸ ਦੇ ਸੀਗੇ। ਪਰ ਉੱਥੇ ਸਾਧੂ ਇਕੱਠੇ ਹੋ ਗਏ ਆਸ਼ਰਮ ਦੇ ਹੋਰ ਵੀ। ਉਹ ਕਹਿਣ ਲੱਗੇ ਵੀ ਕੀ ਗੱਲ ਹੋਈ, ਅਤੇ CEO ਸਾਹਿਬ ਕਹਿਣ ਲੱਗੇ, ਮੇਰਾ ਲੜਕਾ ਇਸ ਮੂਰਤੀ ਦੇ ਅੰਦਰ ਚੱਲ ਗਿਆ ਹੈਗਾ, ਇੱਥੋਂ ਮੈਨੂੰ ਦਿਸਣੋਂ ਹਟ ਗਿਆ ਹੈਗਾ ਅਤੇ ਉਹਨੇ ਆਹ ਗੱਲਾਂ ਕੀਤੀਆਂ। ਉਹ ਮੇਰਾ ਬੱਚਾ ਕਿੱਧਰ ਚੱਲ ਗਿਆ। ਇਹਨਾਂ ਦੇ ਪਿਤਾ ਜੀ ਆਪਣੇ ਬੱਚੇ ਦੇ ਮੂੰਹ ਦੇ ਵਿੱਚ ਉੱਚੀ ਜਿਹੜੇ ਸੀਗੇ ਬੋਲਣ ਲੱਗੇ। ਗੱਲ ਕੀ, ਇਹ ਖਬਰ ਜਿਹੜੀ ਸੀ ਫਿਰ ਭਗਤ ਮਾਲੀ ਜੀ ਮਹਾਂਪੁਰਖ ਜਿਹੜੇ ਉਸ ਸਮੇਂ ਆਪਣੇ ਕਿਸੇ ਇਕਾਂਤ ਸਥਾਨ ਦੇ ਵਿੱਚ ਉਸੇ ਆਸ਼ਰਮ 'ਚ ਬੈਠੇ ਸੀਗੇ, ਉਹਨਾਂ ਪਾਸ ਚਲੇ ਗਈ। ਜਦ ਗਈ ਅਤੇ CEO ਸਾਹਿਬ ਜਿਹੜੇ ਸੀਗੇ ਇਹ ਫਿਰ ਉਸ ਮਹਾਂਪੁਰਖਾਂ ਦੇ ਪਾਸ ਜਦ ਹੋਰ ਸਾਧੂਆਂ ਦੇ ਨਾਲ ਪਹੁੰਚੇ
ਤੇ ਹੁਣ ਇਹ ਘਟਨਾ ਨੂੰ ਸੁਣ ਕੇ ਜਿਹੜੇ ਹੋਰ ਮਹਾਤਮਾ ਸੀ ਉਹ ਵੀ ਦੰਗ ਰਹਿ ਗਏ ਕਿ ਬੱਚਾ ਮੂਰਤੀ 'ਚ ਕਿਵੇਂ ਜਾ ਸਕਦਾ ਹੈਗਾ। ਤੇ ਪਰ ਹੁਣ ਇਹ ਗੱਲ ਕਿਸੇ ਦੀ ਸਮਝ ਨਾ ਆਵੇ। ਉਹ ਪਿਤਾ ਜੀ ਕਹਿਣ ਲੱਗੇ ਮੇਰੇ ਸਾਹਮਣੇ ਮੂਰਤੀ ਦੇ ਵਿੱਚ ਮੈਂ ਜਾਂਦਾ ਦੇਖਿਆ ਉਹ ਗਾਇਬ ਹੋ ਗਿਆ ਹੈਗਾ। ਤੋ ਮੈਨੂੰ ਕਹਿ ਰਿਹਾ ਸੀ ਕੋਈ ਸਾਧੂ ਆਇਆ, ਸਾਧੂ ਹੈ, ਮੈਨੂੰ ਨਾ ਸਾਧੂ ਦਿਖਾਈ ਦਿੱਤਾ ਨਾ ਹੋਰ ਦਿੱਤਾ, ਇਹ ਕੀ ਹੋ ਗਿਆ। ਜਦ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਭਗਤ ਮਾਲੀ ਜੀ ਨੇ ਦੇ ਪਿਤਾ ਜੀ ਨੇ ਜਜ਼ਬਾਤ 'ਚ ਆ ਕੇ ਕੀਤੀਆਂ ਤੇ ਭਗਤ ਮਾਲੀ ਜੀ ਕਿਉਂਕਿ ਬੜੇ ਸ਼ਾਂਤ ਸਹਿਜ ਸੁਭਾਅ ਦੇ ਸੀ, ਉਹ ਸਵੇਰ ਨੂੰ ਕਹਿਣ ਲੱਗੇ ਤੁਸੀਂ ਕੋਈ ਚਿੰਤਾ ਨਾ ਕਰੋ, ਅਗਰ ਬੱਚਾ ਕਿਤੇ ਗਿਆ ਵੀ ਆ ਨਾ ਕੋਈ ਗੱਲ ਨਹੀਂ, ਉਹ ਵਾਪਸ ਆ ਜਾਊਗਾ। ਜਦ ਵਾਪਸ ਆ ਜਾਊਗਾ ਅਸੀਂ ਤੁਹਾਨੂੰ ਖਬਰ ਕਰ ਦਿਆਂਗੇ ਅਤੇ ਤੁਸੀਂ ਆਪਣੇ ਬੱਚੇ ਨੂੰ ਲੈ ਜਾਓ, ਚਿੰਤਾ ਵਾਲੀ ਕੋਈ ਗੱਲ ਨਹੀਂ। ਜਦੋਂ ਇਸ ਤਰ੍ਹਾਂ ਦਾ ਭਗਤ ਮਾਲੀ ਜੀ ਮਹਾਂਪੁਰਖਾਂ ਨੇ ਸੀਓ ਸਾਹਿਬ ਨੂੰ ਧਰਵਾਸਾ ਦਿੱਤਾ ਅਤੇ ਸੀਓ ਸਾਹਿਬ ਦਾ ਮਨ ਜਿਹੜਾ ਸੀਗਾ ਕੁਛ ਟਾਈਮ ਫਿਰ ਥੋੜ੍ਹਾ ਜਿਹਾ ਹਿੰਮਤ ਉਹ 'ਚ ਆ ਗਈ ਅਤੇ ਕੁਛ ਸੰਭਲ ਗਿਆ, ਪਰ ਅੰਦਰੋਂ ਆਪਣੇ ਪੁੱਤਰ ਦੇ ਮੋਹ ਕਾਰਨ ਫਿਰ ਵੀ ਅੰਦਰੋਂ ਬੜੇ ਦੁਖੀ ਸੀਗੇ। ਖੈਰ ਸੀਓ ਸਾਹਿਬ ਜਿਹੜੇ ਸੀਗੇ ਨਾ ਖਾਲੀ ਆਪਣੇ ਘਰ ਲੌਟ ਗਏ ਜਦ ਬੱਚੇ ਤੋਂ ਬਗੈਰ ਚਲੇ ਗਏ। ਪਰ ਹੁਣ ਘਰਦਿਆਂ ਦੇ ਵਿੱਚ ਜਦ ਇਸ ਗੱਲ ਦੀ ਫਿਕਰ ਹੋਈ ਕਿ ਬੱਚਾ ਜਿਹੜਾ ਸੀਗਾ ਸਾਹਮਣੇ ਉਹਨਾਂ ਦੇ ਗਾਇਬ ਹੋ ਗਿਆ, ਹੁਣ ਘਰ ਦੇ ਵੀ ਹੈਰਾਨ ਹੋ ਗਏ ਵੀ ਇਹ ਘਟਨਾ ਤਾਂ ਕਦੀ ਸੁਣੀ ਨਾ ਦੇਖੀ, ਇਹ ਘਟਨਾ ਉਹਨਾਂ ਦੇ ਪਰਿਵਾਰ 'ਚ ਵਾਪਰ ਗਈ, ਇਹ ਕਿਵੇਂ ਹੋ ਗਿਆ ਹੈਗਾ, ਗੱਲ ਕੀ ਆ। ਅਤੇ ਕਈਆਂ ਨੇ ਸਲਾਹ ਦਿੱਤੀ ਵੀ ਪਤਾ ਨਹੀਂ ਵੀ ਤੇਰੇ ਦਿਮਾਗ ਦੇ ਵਿੱਚ ਉਸ ਟਾਈਮ ਤੈਨੂੰ ਇਸ ਤਰ੍ਹਾਂ ਲੱਗਾ ਕਿ ਬੱਚਾ ਤੇਰੀ ਅੱਖਾਂ ਦੇ ਸਾਹਮਣੇ ਗਾਇਬ ਹੋ ਗਿਆ, ਜਾਂ ਤੇਰੀ ਨਜ਼ਰ ਜਿਹੜੀ ਸੀ ਉਸ ਟਾਈਮ ਕੁਛ ਇਸ ਤਰ੍ਹਾਂ ਦੀ ਹੋ ਗਈ, ਤੇਰਾ ਸਿਰ ਚੱਕਰ ਖਾ ਗਿਆ, ਜਿਵੇਂ ਦੁਨਿਆਵੀ ਲੋਕ ਗੱਲਾਂ ਕਰਦੇ ਆ। ਇਸ ਤਰ੍ਹਾਂ ਕਿਵੇਂ ਹੋ ਸਕਦਾ ਕਿ ਬੱਚਾ ਮੂਰਤੀ 'ਚ ਜਾ ਸਕਦਾ। ਇਹ ਤਾਂ ਸਾਰੀਆਂ ਜਿਹੜੀਆਂ ਹਨ ਇਹ ਅਨਪੜ੍ਹ ਲੋਕਾਂ ਦੀਆਂ ਗੱਲਾਂ, ਜਦ ਕਿ ਤੁਸੀਂ ਪੁਲਿਸ ਦੇ ਬਹੁਤ ਵੱਡੇ ਅਫਸਰ ਹੈਗੇ ਆ, ਤੁਸੀਂ ਵੀ ਇਹਨਾਂ ਗੱਲਾਂ 'ਚ ਯਕੀਨ ਕਰ ਗਿਆ ਕਿ ਉਹ ਬੱਚਾ ਮੂਰਤੀ ਦੇ ਅੰਦਰ ਸਮਾ ਗਿਆ ਹੈਗਾ। ਪਰ ਗੱਲ ਕਿਸੇ ਦੀ ਸਮਝ 'ਚ ਨਹੀਂ ਆਈ। ਅਖੀਰ ਉਹ ਬੱਚੇ ਦੀਆਂ ਜਿਹੜੀਆਂ ਸੀਗੀਆਂ ਐਡਾਂ ਉਹ ਅਖਬਾਰਾਂ ਰਸਾਲੀਆਂ 'ਚ ਵੀ ਦਿੱਤੀਆਂ ਵੀ ਗੁੰਮਸ਼ੁਦ ਬੱਚਾ ਜਿਹੜਾ ਗੁੰਮਸ਼ੁਦ ਹੋ ਗਿਆ, ਕਿਸੇ ਨੂੰ ਮਿਲਦਾ ਹੋਵੇ ਉਹਦੀ ਫੋਟੋ ਲਾਤੀ ਵੀ ਉਹ ਘਰ ਪਹੁੰਚਾ ਦੇਵੇ ਅਤੇ ਉਹਨੂੰ ਇੰਨਾ ਪੈਸਾ ਧੰਨਵਾਦ ਵਜੋਂ ਦਿੱਤਾ ਜਾਊਗਾ। ਇਹ ਤੱਕ ਜਿਹੜੀਆਂ ਇਸ਼ਤਿਹਾਰ ਸੀ ਪੁਲਿਸ ਵੱਲੋਂ ਵੀ ਜਿਹੜੇ ਸੀ ਉਹ ਲਾਏ ਗਏ, ਸਾਰੇ ਪੁਲਿਸ ਸਟੇਸ਼ਨਾਂ 'ਤੇ ਖਬਰ ਵੀ ਉਹ ਕਰ ਦਿੱਤੀ। ਖੈਰ ਜਦ 15 ਕੁ ਦਿਨ ਹੋਏ ਉਹ ਬੱਚਾ ਫਿਰ ਜਿਹੜਾ ਸੀਗਾ ਉਹ ਭਗਤ ਮਾਲੀ ਜੀ ਦੇ ਆਸ਼ਰਮ 'ਚ ਆ ਗਿਆ ਸੀਗਾ। ਜਦ ਆ ਗਿਆ ਤਾਂ ਸਾਰੇ ਜਿਹੜੇ ਸਾਧੂ ਸੀਗੇ ਉਸ ਰਹਿੰਦੇ ਉਹ ਬੱਚੇ ਨੂੰ ਦੇਖ ਕੇ ਬੜੇ ਹੈਰਾਨ ਹੋ ਗਏ ਵੀ ਬੱਚਾ ਜਿਹੜਾ 15 ਦਿਨ ਪਹਿਲਾਂ ਗੁੰਮ ਹੋਇਆ ਸੀਗਾ ਉਹ ਵਾਪਸ ਆ ਗਿਆ ਹੈਗਾ। ਉਹ ਤੋਂ ਬਾਅਦ ਗੱਲ ਕੀ ਆ, ਉਸ ਆਸ਼ਰਮ ਦੇ ਵਿੱਚ ਬੜਾ ਭਾਰਾ ਇਕੱਠ ਹੋ ਗਿਆ। ਪਰ ਬੱਚੇ ਨੇ ਫਿਰ ਭਗਤ ਮਾਲੀ ਜੀ ਨੂੰ ਦੱਸਿਆ ਕਿ ਉਹ ਇੱਕ ਐਸੇ ਅਸਥਾਨ 'ਤੇ ਸਾਧੂ ਉਹਨੂੰ ਲੈ ਗਏ ਸੀਗੇ ਜਿਸ ਅਸਥਾਨ ਦੇ ਉੱਤੇ ਕੇਵਲ ਸਾਧੂ ਹੀ ਸਾਧੂ ਸੀਗੇ, ਅਤੇ ਉਹ ਸਾਧੂ ਨੇ ਬੜੇ ਬੜੇ ਜਿਹੜੇ ਧੂਣੇ ਲਾਏ ਸੀ ਉਹਨਾਂ ਸਥਾਨਾਂ ਦੇ ਉੱਤੇ, ਅਤੇ ਉਹ ਬੜੇ ਭਜਨੀਕ ਸਾਧੂ ਸੀ, ਬੜਾ ਨਾਮ ਜਪਦੇ ਸੀ। ਅਤੇ ਲੇਕਿਨ ਇਸ ਨਾਮ ਜਪਣ ਤੋਂ ਬਾਅਦ ਉਹ ਸਾਧੂ ਜਿਹੜੇ ਸੀ ਭਗਤ ਮਾਲੀ ਜੀ ਨੂੰ ਉਹ ਬੱਚਾ ਕਹਿਣ ਲੱਗਾ ਕਿ ਢਾਡਾ ਨਾਮ ਬੜਾ ਜਪਦੇ ਸੀ, ਢਾਡੀਆਂ ਸਿਫਤਾਂ ਬੜੀਆਂ ਕਰਦੇ, ਸਾਰੀਆਂ ਢਾਡੀਆਂ ਗੱਲਾਂ ਕਰਦੇ ਸੀ ਵੀ ਤੁਸੀਂ ਬਹੁਤ ਉੱਚ ਕੋਟੀ ਦੇ ਸਾਧੂ ਆ। ਜਦ ਇਸ ਤਰ੍ਹਾਂ ਦੀਆਂ ਵਿਚਾਰੋਂ ਬੱਚੇ ਨੇ ਦੱਸੀਆਂ ਬਾਕੀ ਸਾਧੂ ਵੀ ਹੈਰਾਨ ਹੋ ਗਏ, ਪਰ ਭਗਤ ਮਾਲੀ ਜੀ ਸੁਣਦੇ ਚੁੱਪ ਰਹੇ। ਅਖੀਰ ਬੱਚੇ ਨੂੰ ਕਹਿਣ ਲੱਗੇ, ਕਹਿੰਦੇ ਨਹੀਂ ਸਾਡੀਆਂ ਵਿਚਾਰਾਂ ਕਿੰਨੇ ਕਰਨੀਆਂ, ਸਾਨੂੰ ਤਾਂ ਕੋਈ ਜਾਣਦਾ ਨਹੀਂ, ਤੈਨੂੰ ਗਲਤ ਜਿਹੜੀ ਫਹਿਮੀ ਹੋ ਗਈ। ਪਰ ਉਹ ਬੱਚਾ ਕਹੇ ਕਿ ਮੈਂ ਆਪ ਸੁਣਿਆ ਹੈਗਾ ਉਹ ਜਿਹੜੇ ਸਾਧੂ ਹਨ ਉਹ ਆਪ ਦਾ ਜਸ ਗਾਉਂਦੇ ਆ, ਢਾਡੀ ਕੀਰਤੀ ਬੜੀ ਕਰਦੇ ਉਸ ਸਥਾਨ 'ਤੇ। ਪਰ ਹੁਣ ਜਿਹੜੇ ਹੋਰ ਸਾਧੂ ਸੀ ਉਹ ਭਗਤ ਮਾਲੀ ਜੀ ਨੂੰ ਪੁੱਛਣ ਵੀ ਇਹ ਉਹ ਸਥਾਨ ਕਿਹੜਾ ਹੈਗਾ, ਪਰ ਉਹ ਬੱਚਾ ਕਹੇ ਕਿ ਮੈਨੂੰ ਇਹ ਨਹੀਂ ਪਤਾ ਵੀ ਉਹ ਸਥਾਨ ਕਿਹੜਾ ਹੈਗਾ। ਅਤੇ ਲੇਕਿਨ ਉਹ ਸਥਾਨ ਬੜਾ ਸੁੰਦਰ ਵਾ, ਬੜੇ ਦਿव्य ਝਰਨੇ ਆ ਉਸ ਸਥਾਨਾਂ ਦੇ ਉੱਤੇ, ਅਤੇ ਬੜੇ ਫੁੱਲਾਂ ਦੇ ਬਗੀਚੇ ਆ, ਅਤੇ ਇਹਨਾਂ ਬਗੀਚਿਆਂ ਦੇ ਵਿੱਚ ਇੱਕ ਦਿਵ ਦੁਨੀਆ ਹੈਗੀ ਆ ਜਿਹਦੇ ਵਿੱਚ ਸਾਧੂ ਵਿਚਰ ਰਹੇ ਆ। ਪਰ ਹੁਣ ਕਿੱਥੇ ਆ ਕਿੱਥੇ ਨਹੀਂ ਆ ਮੈਨੂੰ ਇਹ ਨਹੀਂ ਪਤਾ ਵੀ ਇਸ ਧਰਤੀ ਜਾਂ ਇਸ ਧਰਤੀ ਤੋਂ ਬਾਹਰ ਕਿਸੇ ਹੋਰ ਧਰਤੀ ਦੇ ਉੱਤੇ ਸਥਾਨ ਹੈ ਜਾਂ ਕਿਸੇ ਹੋਰ ਲੋਕ 'ਚ, ਮੈਂ ਇਹ ਨਹੀਂ ਜਾਣਦਾ ਹੈਗਾ। ਪਰ ਕਹਿੰਦੇ ਵੀ ਮੈਨੂੰ ਇੰਨਾ ਪਤਾ ਲੱਗਾ ਉਹ ਸਾਧੂ ਜਿਹੜਾ ਸੀਗਾ ਨਾ ਜਦੋਂ ਉਹਨੇ ਮੈਨੂੰ ਸਪਰਸ਼ ਕੀਤਾ, ਉਹਦੇ ਸਪਰਸ਼ ਵਿੱਚ ਇੰਨਾ ਆਨੰਦ ਸੀਗਾ ਕਿ ਮੈਂ ਉਸੇ ਆਨੰਦ 'ਚ ਗਵਾਚ ਗਿਆ ਅਤੇ ਮੇਰਾ ਸੰਬੰਧ ਇਸ ਦੁਨੀਆ ਨਾਲ ਟੁੱਟ ਗਿਆ ਸੀਗਾ, ਅਤੇ ਮੈਨੂੰ ਕੋਈ ਬੋਲਦਾ ਚੱਲਦਾ ਕੋਈ ਦਿਖਾਈ ਨਹੀਂ ਸੀ ਦੇ ਰਿਹਾ, ਬਸ ਮੈਂ ਉਸ ਦੁਨੀਆ 'ਚ ਮਗਨ ਹੋ ਗਿਆ ਜਿਸ ਦੁਨੀਆ 'ਚ ਸਾਧੂ ਲਿਜਾਣਾ ਚਾਹੁੰਦਾ ਸੀ। ਜਦ ਬੱਚੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਫਿਰ ਭਗਤ ਮਾਲੀ ਜੀ ਕਹਿਣ ਲੱਗੇ ਠੀਕ ਆ ਤੁਸੀਂ ਇਸ ਤਰ੍ਹਾਂ ਕਰੋ, ਇਸ ਬੱਚਾ ਜਿਹੜਾ ਜਿੱਥੋਂ ਆਇਆ ਇਹ ਲੱਗਦਾ ਹੈਗਾ ਕਿ ਇਹਨੂੰ ਭੁੱਖ ਜ਼ਰੂਰ ਲੱਗੀ ਆ, ਪਹਿਲਾਂ ਇਹਨੂੰ ਨਾਸ਼ਤਾ ਭੋਜਨ ਭੰਡਾਰਾ ਕਰਾਓ, ਇਹਦਾ ਪ੍ਰਸ਼ਾਦਾ ਪਾਣੀ ਛਕਾਓ। ਖੈਰ ਉਹ ਬੱਚੇ ਨੂੰ ਫਿਰ ਪ੍ਰਸ਼ਾਦਾ ਪਾਣੀ ਛਕਾਇਆ ਗਿਆ। ਉਸ ਤੋਂ ਬਾਅਦ ਫਿਰ ਭਗਤ ਮਾਲੀ ਜੀ ਨੇ ਆਪਣੇ ਜਿਹੜੇ ਸੇਵਾਦਾਰ ਸੀ ਉਹਨਾਂ ਨੂੰ ਆਖਿਆ ਕਿ ਇਹਨਾਂ ਦੇ ਪਿਤਾ ਜੀ ਜਿਹੜੇ ਮਥੁਰਾ ਦੇ ਵੱਡੇ CEO ਪੁਲਿਸ ਅਫਸਰ 'ਚ ਆ ਉਹਨਾਂ ਨੂੰ ਖਬਰ ਕਰ ਦਿਓ ਕਿ ਤੁਹਾਡਾ ਬੱਚਾ ਆਸ਼ਰਮ 'ਚ ਆ ਗਿਆ ਅਤੇ ਤੁਸੀਂ ਉਹਨੂੰ ਮਿਲ ਸਕਦੇ ਆ। ਉਸ ਤੋਂ ਬਾਅਦ ਜਦ ਇਹ ਖਬਰ ਜਿਹੜੀ ਸੀ ਮਥੁਰਾ ਪਹੁੰਚੀ ਸੀ, ਬਸ ਪਰਿਵਾਰ 'ਚ ਖੁਸ਼ੀ ਦੀ ਲਹਿਰ ਦੌੜ ਗਈ। ਸਾਰਾ ਪਰਿਵਾਰ ਜਿਹੜਾ ਸੀਗਾ ਉਸੇ ਟਾਈਮ ਗੱਡੀ ਦੇ ਰਾਹੀਂ ਇੱਥੇ ਮਹਾਂਪੁਰਖਾਂ ਦੇ ਆਸ਼ਰਮ ਦੇ ਪਾਸ ਆ ਗਿਆ, ਅਤੇ ਆਪਣੇ ਬੱਚੇ ਨੂੰ ਦੇਖ ਕੇ ਸਾਰਾ ਪਰਿਵਾਰ ਗਦ ਹੋ ਗਿਆ, ਬੜਾ ਖੁਸ਼ ਹੋ ਗਿਆ। ਪਰ ਉਸ ਤੋਂ ਬਾਅਦ ਜਦੋਂ ਬੱਚੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਪਣੇ ਪਿਤਾ ਜੀ ਨੂੰ ਮੈਂ ਦੱਸੀਆਂ, ਉਹਦੇ ਪਿਤਾ ਜੀ ਜਿਹੜੇ ਸੀ ਪੁਲਿਸ ਅਫਸਰ ਬੜੇ ਹੈਰਾਨ ਹੋਏ। ਉਹ ਕਹਿਣ ਲੱਗੇ ਕਿ ਉਹ ਸਥਾਨ ਕਿੱਥੇ ਆ, ਪਰ ਬੱਚਾ ਕਹਿਣ ਲੱਗਾ ਕਿ ਮੈਨੂੰ ਇਹਦਾ ਨਹੀਂ ਪਤਾ ਹੈਗਾ, ਪਰ ਇੰਨਾ ਮੈਨੂੰ ਪਤਾ ਹੈਗਾ ਵੀ ਉਸ ਸਥਾਨ ਦੇ ਉੱਤੇ
ਭਗਤ ਮਾਲੀ ਮਹਾਂਪੁਰਖਾਂ ਦੀ ਬੜੀ ਜੈ ਜੈਕਾਰ ਹੁੰਦੀ ਆ। ਪਰ ਹੁਣ CEO ਸਾਹਿਬ ਜਿਹੜੇ ਇਸ ਧਰਤੀ ਦੇ ਵਿੱਚ ਬਸ ਉਹਨਾਂ ਕੀ ਗਿਆਨ ਜਿੰਨਾ ਦੁਨਿਆਵੀ ਲੋਕਾਂ ਦਾ ਹੁੰਦਾ, ਜਿੰਨੀ ਬੁੱਧੀ ਸੀਮਤ ਹੁੰਦੀ ਉਹਨਾਂ ਹੀ ਰੱਖਦੇ ਸੀ। ਪਰ ਆਪਣੀ ਬੱਚੇ ਦੀਆਂ ਗੱਲਾਂ ਸੁਣ ਕੇ ਅਚਰਜ ਵੀ ਹੋ ਗਏ, ਪਰ ਮਨ 'ਚ ਸੋਚਣ ਲੱਗੇ ਵੀ ਮੇਰੇ ਸਾਹਮਣੇ ਬੱਚਾ ਮੂਰਤੀ ਵਿੱਚ ਗਾਇਬ ਹੋ ਗਿਆ, ਪਰ ਹੁਣ ਗਿਆ ਕਿੱਧਰ ਨਹੀਂ ਗਿਆ, ਕਿੱਥੋਂ ਆਇਆ ਇਹ ਵੀ ਕੋਈ ਪਤਾ ਨਹੀਂ। ਖੈਰ ਜਦ ਇਸ ਤਰ੍ਹਾਂ ਦੀਆਂ ਵਿਚਾਰਾਂ ਹੋਈਆਂ ਉਸ ਤੋਂ ਬਾਅਦ ਫਿਰ ਉਹ ਜਿਹੜਾ CEO ਸੀਗਾ ਨਾ ਮਥੁਰਾ ਦਾ, ਉਹ ਬੱਚੇ ਨੂੰ ਕਹਿਣ ਲੱਗਾ ਚੱਲ ਠੀਕ ਆ, ਜੋ ਹੋਣਾ ਸੀ ਹੋ ਗਿਆ, ਹੁਣ ਇੱਦਾਂ ਕਰ ਤੂੰ ਮੇਰੇ ਨਾਲ ਘਰ ਚੱਲ, ਕਿਉਂਕਿ ਘਰ ਦੇ ਜਿਹੜੇ ਹਨ ਬੜੇ ਪਰੇਸ਼ਾਨ ਆ ਅਤੇ ਆਪਾਂ ਘਰ ਨੂੰ ਹੁਣ ਚੱਲਦੇ ਹਾਂ। ਪਰ ਉਹ ਬੱਚਾ ਕਹਿਣ ਲੱਗਾ ਆਪਣੇ ਪਿਤਾ ਜੀ ਨੂੰ, ਕਹਿੰਦਾ ਵੀ ਪਿਤਾ ਜੀ ਹੁਣ ਮੈਂ ਘਰ ਨਹੀਂ ਜਾਣਾ, ਕਿਉਂਕਿ ਜਿਸ ਦੁਨੀਆ ਤੋਂ ਮੈਂ ਆਇਆ ਹੈ ਨਾ ਉਹ ਦੁਨੀਆ ਦੇ ਵਿੱਚ ਇੱਕ ਮਿੰਟ ਵੀ ਵਿਛੜਨਾ ਮੇਰੇ ਲਈ ਬਹੁਤ ਔਖਾ। ਮੈਂ ਉੱਥੋਂ ਆਉਣਾ ਨਹੀਂ ਸੀ ਚਾਹੁੰਦਾ, ਪਰ ਉਹਨਾਂ ਨੇ ਆਖਿਆ ਸੀਗਾ ਕਿ ਭਗਤ ਮਾਲੀ ਜੀ ਤੈਨੂੰ ਯਾਦ ਕਰਦੇ, ਇਸ ਕਰਕੇ ਤੂੰ ਹੈ ਨਾ ਵਾਪਸ ਉਸ ਦੁਨੀਆ 'ਚ ਚਲੇ ਜਾ ਜਿੱਥੋਂ ਤੂੰ ਆਇਆ ਸੀਗਾ। ਇਸ ਕਰਕੇ ਮੈਂ ਅਗਰ ਹੁਣ ਇੱਥੇ ਆਇਆ ਵੀ ਹੈ ਨਾ ਤਾਂ ਮੈਂ ਹੁਣ ਮਹਾਂਪੁਰਖਾਂ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਹੈਗਾ, ਮੈਂ ਇਹਨਾਂ ਦੇ ਪਾਸ ਰਹਿਣਾ ਹੈਗਾ। ਜਦੋਂ ਬੱਚੇ ਨੇ ਆਪਣਾ ਫੈਸਲਾ ਸੁਣਾ ਦਿੱਤਾ ਤਾਂ ਪਰ ਹੁਣ CEO ਸਾਹਿਬ ਮਨ 'ਚ ਬੜੇ ਪਰੇਸ਼ਾਨ ਹੋ ਗਏ ਵੀ ਇਹ ਬੱਚਾ ਅਗਰ ਇੱਥੇ ਰਹੂਗਾ ਤਾਂ ਫਿਰ ਘਰ ਦਾ ਕਿਵੇਂ ਸਾਰਾ ਕੰਮ ਧੰਦਾ ਚੱਲੂਗਾ, ਪਰਿਵਾਰ ਕਿਵੇਂ ਚੱਲੂ। ਪਰ ਫਿਰ ਭਗਤ ਮਾਲੀ ਜੀ ਉਹ CEO ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਵੀ ਇਹ ਬੱਚਾ ਜਿਹੜਾ ਹੈ ਨਾ ਹੁਣ ਇਹ ਘਰ ਰੱਖਣ ਵਾਲਾ ਨਹੀਂ ਹੈ, ਇਹਨੇ ਘਰ ਨਹੀਂ ਰਹਿਣਾ। ਅਗਰ ਤੁਸੀਂ ਇਹਨੂੰ ਜਬਰੀ ਲੈ ਵੀ ਗਏ ਨਾ ਘਰ ਦੇ ਅੰਦਰ, ਇਹ ਸਮਾਂ ਪਾ ਕੇ ਘਰੋਂ ਦੌੜ ਜਾਊਗਾ, ਫਿਰ ਵਾਪਸ ਨਹੀਂ ਆਊਗਾ। ਇਸ ਕਰਕੇ ਤੁਸੀਂ ਫਿਕਰ ਨਾ ਕਰੋ ਬੱਚੇ ਦਾ, ਇਹ ਬੱਚੇ ਨੂੰ ਸਾਡੇ ਪਾਸ ਹੀ ਰਹਿਣ ਦਿਓ, ਬਾਕੀ ਦੇਖਦੇ ਅੱਗੇ ਕੀ ਹੁੰਦਾ ਹੈਗਾ। ਉਸ ਤੋਂ ਬਾਅਦ ਗੱਲ ਕੀ ਆ, ਫਿਰ ਇਹਦੇ ਪਿਤਾ ਜੀ ਜਿਹੜੇ ਸੀਗੇ ਨਾ ਬੱਚੇ ਨੂੰ ਭਗਤ ਮਾਲੀ ਜੀ ਦੇ ਆਸ਼ਰਮ 'ਚ ਛੱਡ ਕੇ ਵਾਪਸ ਘਰ ਜਿਹੜੇ ਸੀਗੇ ਉਹ ਬੱਚੇ ਤੋਂ ਬਗੈਰ ਚੱਲ ਗਏ ਸੀਗੇ। ਜਦ ਸਾਰਾ ਪਰਿਵਾਰ ਬੱਚੇ ਤੋਂ ਬਗੈਰ ਚਲੇ ਗਿਆ, ਉਸ ਤੋਂ ਬਾਅਦ ਬੱਚਾ ਜਿਹੜਾ ਹੈ ਨਾ ਕੁਛ ਦਿਨ ਭਗਤ ਮਾਲੀ ਜੀ ਦੇ ਫਿਰ ਅਸਥਾਨ 'ਤੇ ਰਿਹਾ, ਅਤੇ ਇਸ ਬੱਚੇ ਨੂੰ ਦੇਖਣ ਲਈ ਦੂਰੋਂ ਦੂਰੋਂ ਸਿੱਧ ਮਹਾਤਮਾ ਬੜੇ ਆਉਂਦੇ ਸੀ ਕਿ ਬੱਚਾ ਮੂਰਤੀ 'ਚ ਕਿਵੇਂ ਗਾਇਬ ਹੋ ਗਿਆ ਹੈਗਾ। ਉਸ ਤੋਂ ਬਾਅਦ ਜਦ ਇਹਨੂੰ ਪੁੱਛਦੇ ਸੀ ਅਤੇ ਇਹ ਬੱਚਾ ਜਿਹੜਾ ਹੈ ਨਾ ਇਸ ਤਰ੍ਹਾਂ ਦੇ ਜਵਾਬ ਦਿੰਦਾ ਸੀਗਾ ਕਿ ਮੈਂ ਇੱਕ ਐਸੀ ਦੁਨੀਆ 'ਚ ਚੱਲ ਗਿਆ ਸੀਗਾ, ਅਤੇ ਜਿਸ ਦੁਨੀਆ ਵਿੱਚ ਬੜੇ ਸਾਧੂ ਬੜੇ ਭਜਨੀਕ ਮਹਾਂਪੁਰਖ ਬੈਠੇ, ਬੜੀਆਂ ਜਟਾਂ ਉਹਨਾਂ ਦੀਆਂ, ਅਤੇ ਉਹ ਬੜਾ ਰਾਮ ਨਾਮ ਦਾ ਜਾਪ ਕਰਦੇ ਆ, ਅਤੇ ਭਗਤ ਮਾਲੀ ਦੀ ਉਸਤਤੀ ਉਸ ਦੁਨੀਆ 'ਚ ਬੜੀ ਹੁੰਦੀ ਆ। ਜਦ ਇਸ ਤਰ੍ਹਾਂ ਦੀਆਂ ਗੱਲਾਂ ਬੱਚਾ ਜਿਹੜੇ ਸਾਧੂਆਂ ਨੂੰ ਦੱਸਦਾ ਹੁੰਦਾ ਸੀਗਾ, ਉਹ ਜਿਹੜੇ ਸਾਧੂ ਸੀ ਉਹ ਸੁਣ ਕੇ ਬੜੇ ਹੈਰਾਨ ਹੁੰਦੇ ਸੀਗੇ ਵੀ ਅਸੀਂ ਸੁਣਿਆ ਤਾਂ ਹੈਗਾ ਵੀ ਪਰਲੋਕ ਹੁੰਦਾ, ਵਕੁੰਠ ਹੁੰਦੇ ਆ, ਪਰ ਇਹ ਬੱਚਾ ਅੱਖੀਂ ਦੇਖ ਆਇਆ ਹੈਗਾ, ਇਹ ਬੱਚਾ ਪਤਾ ਨਹੀਂ ਪਿਛਲੇ ਜਨਮ ਦਾ ਕਿੱਡਾ ਵੱਡਾ ਤਪੱਸਵੀ ਹੋਵੇ। ਇਹ ਸੁਣ ਕੇ ਸਾਰੇ ਚੁੱਪ ਕਰ ਜਾਂਦੇ ਸੀ ਅਤੇ ਬੱਚੇ ਨੂੰ ਨਮਸਕਾਰਾਂ ਕਰਕੇ ਚਲੇ ਜਾਂਦੇ ਸੀ। ਉਹ ਦੱਸਦੇ ਆ ਫਿਰ ਉਹ ਬੱਚਾ ਜਿਹੜਾ ਸੀ ਨਾ ਭਗਤ ਮਾਲੀ ਜੀ ਦੇ ਨਾਲ ਕੁਛ ਟਾਈਮ ਰਹਿ ਕੇ, ਅਤੇ ਭਗਤ ਮਾਲੀ ਜੀ ਅਤੇ ਇਹ ਜਿਹੜਾ ਬੱਚਾ ਸੀਗਾ ਇਹਦੇ ਵਿਚਕਾਰ ਕਈ ਐਸੀਆਂ ਗੁਪਤ ਰਹੱਸ ਵਾਲੀਆਂ ਗੱਲਾਂ ਜਿਹੜੀਆਂ ਦੋਨਾਂ ਦੇ ਵਿਚਕਾਰ ਹੋਈਆਂ ਉਹ ਸਾਧੂ ਸੰਤ ਨਹੀਂ ਜਾਣਦੇ। ਪਰ ਇਹ ਫਿਰ ਬੱਚਾ ਜਿਹੜਾ ਸੀ ਨਾ ਭਗਤ ਮਾਲੀ ਦੀ ਇਜਾਜ਼ਤ ਲੈ ਕੇ ਫਿਰ ਉਸ ਦੁਨੀਆ 'ਚ ਵਾਪਸ ਚਲੇ ਗਿਆ ਸੀਗਾ ਜਿਸ ਦੁਨੀਆ 'ਚੋਂ ਇਹ ਆਇਆ ਸੀਗਾ। ਜਦ ਇਹ ਵਾਪਸ ਚੱਲ ਗਿਆ ਫਿਰ ਇਹ ਕਈ ਸਾਲ ਬੱਚਾ ਜਿਹੜਾ ਹੈ ਨਾ ਇਹ ਦੁਨੀਆ ਦੀ ਨਜ਼ਰ ਦੇ ਵਿੱਚ ਗਵਾਚ ਗਿਆ, ਪਰ ਉਹ ਐਸੀ ਗੰਮੀ ਦੁਨੀਆ 'ਚ ਚੱਲ ਗਿਆ ਜਿੱਥੋਂ ਫਿਰ ਵਾਪਸ ਨਹੀਂ ਆਇਆ। ਜਦ ਵਾਪਸ ਨਹੀਂ ਆਇਆ ਤਾਂ ਕਈ ਸਾਲ ਇਸ ਘਟਨਾ ਨੂੰ ਜਿਹੜੇ ਸੀ ਉਹ ਹੋ ਗਏ। ਜਦ ਬੀਤ ਗਏ ਅਤੇ ਇੱਕ ਵਾਰੀ ਜਿਹੜੇ ਹੁਣ ਮੌਜੂਦਾ ਮਹਾਂਪੁਰਖ ਆ ਉਹ ਦੱਸਦੇ ਸੀਗੇ ਭਗਤ ਮਾਲੀ ਜੀ ਦੇ, ਉਹ ਕਹਿਣ ਲੱਗੇ ਕਿ ਮੈਂ ਇੱਕ ਵਾਰ ਭਗਤ ਮਾਲੀ ਜੀ ਦੇ ਪਾਸ ਬੈਠਾ ਕੁਛ ਵਿਚਾਰ ਕਰ ਰਿਹਾ ਸੀ, ਅਚਿੰਤਿਤ ਮੈਂ ਕੀ ਦੇਖਿਆ, ਇੱਕ ਉੱਚਾ ਲੰਮਾ ਜਵਾਨ ਬਹੁਤ ਹੀ ਸੁੰਦਰ ਜਿਹਦਾ ਚਿਹਰਾ ਬੜਾ ਦਗਦਗ ਕਰਦਾ, ਅਤੇ ਉਹਦਾ ਕਾਲਾ ਦਾੜਾ ਹੈਗਾ, ਅਤੇ ਬੜੇ ਭਗਵੇਂ ਕੱਪੜੇ ਪਾਏ ਆ, ਅਤੇ ਉਹ ਸਾਧੂ ਦੇ ਵੇਸ਼ ਵਿੱਚ ਇੱਕ ਕਹਿੰਦੇ ਕੋਈ ਹੈ ਨਾ ਮਹਾਤਮਾ ਸਾਡੇ ਪਾਸ ਆਏ। ਜਦ ਆਏ ਕਹਿੰਦੇ ਉਸ ਮਹਾਤਮਾ ਨੇ ਹੈ ਨਾ ਕਹਿੰਦੇ ਵੀ ਭਗਤ ਮਾਲੀ ਜੀ ਨੂੰ ਡੰਡੋਤ ਬੰਦਨ ਕਰਕੇ ਨਮਸਕਾਰ ਕੀਤੀ। ਪਰ ਇਹ ਸੰਤ ਦੱਸਦੇ ਸੀ ਕਹਿੰਦੇ ਵੀ ਮੈਂ ਉਹ ਮਹਾਤਮਾ ਅੱਗੇ ਕਦੀ ਨਹੀਂ ਦੇਖੇ, ਪਹਿਲੀ ਵਾਰ ਦੇਖੇ। ਅਤੇ ਕਹਿੰਦੇ ਜਦ ਮੈਂ ਮਹਾਤਮਾ ਦੇਖੇ ਫਿਰ ਕਹਿੰਦੇ ਭਗਤ ਮਾਲੀ ਜੀ ਜਿਹੜੇ ਕਹਿੰਦੇ ਮੈਨੂੰ ਕਹਿਣ ਲੱਗੇ ਜਾਓ ਬੱਚੋ, ਇਹ ਸਾਧੂ ਸੰਤ ਜਿਹੜੇ ਬੜੇ ਦੂਰੋਂ ਚੱਲ ਕੇ ਆਏ ਅਤੇ ਤੁਸੀਂ ਇਹਨਾਂ ਵਾਸਤੇ ਹੈ ਨਾ ਹੱਥੀਂ ਭੋਜਨ ਤਿਆਰ ਕਰੋ। ਇਹ ਫਿਰ ਮਹਾਤਮਾ ਕਹਿਣ ਲੱਗੇ ਮੈਂ ਤਾਂ ਫਿਰ ਉੱਠ ਕੇ ਨਾ ਫਿਰ ਲੰਗਰ 'ਚ ਚੱਲ ਗਿਆ, ਮਹਾਂਪੁਰਖਾਂ ਦਾ ਹੁਕਮ ਜਾਣ ਕੇ ਮੈਂ ਉੱਥੇ ਭੋਜਨ ਤਿਆਰ ਕਰਨ ਲੱਗ ਪਿਆ। ਉਸ ਤੋਂ ਬਾਅਦ ਇਹ ਜਿਹੜੇ ਹੈ ਨਾ ਸਾਧੂ ਸੀਗੇ ਇਹ ਮਹਾਂਪੁਰਖਾਂ ਦੇ ਪਾਸ ਇਕੱਲੇ ਬੈਠੇ ਰਹੇ। ਫਿਰ ਇਹਨਾਂ ਦੇ ਵਿੱਚ ਅਤੇ ਭਗਤ ਮਾਲੀ ਜੀ ਦੇ ਵਿੱਚ ਕੀ ਵਿਚਾਰਾਂ ਚੱਲੀਆਂ ਕਹਿੰਦੇ ਵੀ ਮੈਂ ਨਹੀਂ ਜਾਣਦਾ, ਪਰ ਜਦੋਂ ਕਹਿੰਦੇ ਵੀ ਮੈਂ ਇਹਨਾਂ ਨੂੰ ਭੋਜਨ ਪਾਣੀ ਛਕਾਇਆ ਨਾ, ਭੋਜਨ ਪਾਣੀ ਛਕਣ ਤੋਂ ਬਾਅਦ ਇਹ ਜਿਹੜੇ ਮਹਾਤਮਾ ਸੀਗੇ ਨਾ ਫਿਰ ਕਹਿੰਦੇ ਵਾਪਸ ਜਿਹੜੇ ਸੀਗੇ ਇਹ ਫਿਰ ਮੁੜ ਗਏ ਸੀਗੇ, ਵਾਪਸ ਚਲੇ ਗਏ ਸੀ ਜਿੱਥੋਂ ਆਏ ਸੀ। ਜਦ ਚੱਲ ਗਏ ਸੀ ਫਿਰ ਕਹਿੰਦੇ ਵੀ ਮੈਂ ਹੈ ਨਾ ਭਗਤ ਮਾਲੀ ਮਹਾਤਮਾ ਨੂੰ ਪੁੱਛਿਆ ਵੀ ਇਹ ਜਿਹੜੇ ਸਾਧੂ ਸੰਤ ਆਪ ਜੀ ਦੇ ਪਾਸ ਅੱਜ ਆਏ ਆ, ਮੈਂ ਇਹਦਾ ਬਾਰੇ ਜਾਣਦਾ ਨਹੀਂ, ਜਦ ਕਿ ਬਹੁਤ ਸਾਰੇ ਸਾਧੂਆਂ ਸੰਤਾਂ ਬਾਰੇ ਮੈਂ ਜਾਣਦਾ ਹੈਗਾ, ਮੈਂ ਇਹਨਾਂ ਨੂੰ ਕਦੀ ਦੇਖਿਆ ਨਹੀਂ, ਮੈਂ ਇਹ ਪਹਿਲੀ ਵਾਰ ਆਪਣੇ ਆਸ਼ਰਮ ਵਿੱਚ ਆਏ, ਇਹ ਕੌਣ ਸਾਧੂ ਸੀਗੇ। ਕਹਿੰਦੇ ਜਦੋਂ ਮੈਂ ਇਸ ਤਰ੍ਹਾਂ ਦੀ ਵਿਚਾਰ ਸੀ ਜਿਹੜੇ ਭਗਤ ਮਾਲੀ ਜੀ ਮਹਾਂਪੁਰਖਾਂ ਦੇ ਅੱਗੇ ਰੱਖੀ, ਅਤੇ ਕਹਿੰਦੇ ਭਗਤ ਮਾਲੀ ਜੀ ਮੈਨੂੰ ਕਹਿਣ ਲੱਗੇ ਬੱਚਾ ਇਹ ਜਿਹੜਾ ਹੈ ਨਾ ਨੌਜਵਾਨ ਸਾਧੂ ਸੰਤ ਮਹਾਤਮਾ ਹੈਗਾ, ਬੜਾ ਦਿਵਯ ਰੂਪ ਹੈ ਜਿਹਦਾ,
ਇਹ ਜਿਹੜਾ ਨੌਜਵਾਨ ਆ ਨਾ, ਇਹ ਮਥੁਰਾ ਦਾ ਜਿਹੜਾ CEO ਸੀਗਾ ਨਾ, ਇਹ CEO ਦਾ ਲੜਕਾ ਹੈਗਾ ਜਿਹੜਾ ਕਈ ਸਾਲ ਪਹਿਲਾਂ ਇਸ ਮੂਰਤੀ 'ਚ ਸਮਾ ਗਿਆ ਸੀਗਾ ਅਤੇ ਉਸ ਦੁਨੀਆ ਦੇ ਵਿੱਚ ਵਾਪਸ ਕਹਿੰਦੇ ਫਿਰ ਇਹ ਚਲ ਗਿਆ ਸੀਗਾ। ਦੁਬਾਰਾ ਫਿਰ 15 ਦਿਨ ਬਾਅਦ ਆਇਆ ਅਤੇ ਕੁਛ ਦਿਨ ਕਹਿੰਦੇ ਸਾਡੇ ਪਾਸ ਰਹਿ ਕੇ ਫਿਰ ਕਹਿੰਦੇ ਵੀ ਇਹ ਦੁਬਾਰਾ ਫਿਰ ਉਸ ਦੁਨੀਆ 'ਚ ਚਲ ਗਿਆ। ਹੁਣ ਕਹਿੰਦੇ ਇਹ ਉਸ ਦੁਨੀਆ 'ਚੋਂ ਕਈਆਂ ਸਾਲਾਂ ਬਾਅਦ ਜਿਹੜਾ ਸੀਗਾ ਲੌਟਿਆ ਸੀਗਾ, ਕਿਉਂਕਿ ਇਹਦੇ ਮਨ ਦੇ ਵਿੱਚ ਇੱਕ ਕੋਈ ਪ੍ਰਸ਼ਨ ਸੀਗਾ, ਜਿਸ ਪ੍ਰਸ਼ਨ ਦਾ ਜਵਾਬ ਲੈਣ ਵਾਸਤੇ ਸਾਡੇ ਪਾਸ ਦੁਬਾਰਾ ਫਿਰ ਇਸ ਦੁਨੀਆ 'ਚ ਆਇਆ ਸੀਗਾ। ਜਦੋਂ ਕਹਿੰਦੇ ਭਗਤ ਮਾਲੀ ਜੀ ਨੇ ਸਾਡੇ ਨਾਲ ਇਹ ਗੱਲਾਂ ਕਹਿੰਦੇ ਸਾਂਝੀਆਂ ਕੀਤੀਆਂ, ਅਸੀਂ ਹੈਰਾਨ ਹੋ ਗਏ। ਉਸ ਤੋਂ ਬਾਅਦ ਕਹਿੰਦੇ ਵੀ ਅਸੀਂ ਪੁੱਛਿਆ ਭਗਤ ਮਾਲੀ ਜੀ ਨੂੰ ਵੀ ਉਹ ਕਿਹੋ ਜਿਹੀ ਦੁਨੀਆ ਸੀਗਾ ਜਿੱਥੋਂ ਇਹ ਬੱਚਾ ਜਿਹੜਾ ਆਇਆ ਸੀਗਾ ਅਤੇ ਜਿੱਥੇ ਵਾਪਸ ਚੱਲ ਗਿਆ। ਅਤੇ ਭਗਤ ਮਾਲੀ ਜੀ ਕਹਿਣ ਲੱਗੇ ਬੱਚਾ, ਇਸ ਲੋਕ ਤੋਂ ਪਰੇ ਪਰਲੋਕ ਵੀ ਆ। ਹੁਣ ਪਰਲੋਕ ਦੇ ਵਿੱਚ ਕਿੰਨੇ ਲੋਕ ਆ, ਕਿਹਦਾ ਅਸੀਂ ਜ਼ਿਕਰ ਕਰੀਏ, ਕੋਈ ਕੌਣ ਕਿੱਥੋਂ ਆਉਂਦਾ, ਕੌਣ ਕਿੱਥੇ ਜਾਂਦਾ। ਪਰ ਇੰਨਾ ਜ਼ਰੂਰ ਆ ਕਿ ਜਦੋਂ ਕੋਈ ਸਾਧੂ ਸੰਤ ਭਜਨ ਦੇ ਵਿੱਚ ਪੂਰਾ ਹੋ ਜਾਂਦਾ ਹੈ ਨਾ, ਫਿਰ ਉਸ ਸਾਧੂ ਸੰਤ ਨੂੰ ਫਿਰ ਸਾਰੇ ਜਿੰਨੇ ਵੀ ਲੋਕ ਆ, ਮੰਡਲ ਵਾ, ਗੁਪਤ ਪ੍ਰਗਟ, ਉਹ ਸਾਰਿਆਂ ਦੇ ਭੇਦ ਖੁੱਲ੍ਹ ਜਾਂਦੇ ਆ। ਉਹ ਫਿਰ ਸਾਧੂ ਜਿਹੜਾ ਹੈ ਨਾ, ਉਹਨੂੰ ਇੱਕ ਨਾਮ ਦਾ ਬਿਜਾ ਉਹਨੂੰ ਮਿਲ ਜਾਂਦਾ ਉਸ ਵਾਹਿਗੁਰੂ ਦੀ ਕਿਰਪਾ ਦੇ ਅਨੁਸਾਰ। ਅਤੇ ਨਾਮ ਰੂਪੀ ਵਿਜੇ ਦੇ ਨਾਲ ਕਹਿੰਦੇ ਵੀ ਕਿਸੇ ਵੀ ਲੋਕ 'ਚ ਜਾ ਕੇ ਤਾਂ ਉਹਨਾਂ ਲੋਕਾਂ ਦੇ ਵਿੱਚ, ਪੁਰੀਆਂ ਦੇ ਵਿੱਚ, ਵਕੁੰਠਾਂ ਦੇ ਵਿੱਚ ਉਹ ਸਾਰਾ ਕੁਛ ਦੇਖ ਸਕਦਾ ਹੈਗਾ, ਦਰਸ਼ਨ ਕਰ ਸਕਦਾ, ਉੱਥੇ ਰਹਿੰਦੀ ਦੁਨੀਆ ਨੂੰ ਮਿਲ ਸਕਦਾ, ਵਿਚਾਰਾਂ ਸਾਂਝੀਆਂ ਕਰ ਸਕਦਾ। ਪਰ ਉਹ ਜਿਹੜੇ ਦਿव्य ਲੋਕ ਆ, ਕਹਿੰਦੇ ਵੀ ਉੱਥੇ ਇੰਨੇ ਭਾਰੀ ਸੁੱਖ ਆ ਕਿ ਜਿਹੜਾ ਇਨਸਾਨ ਚਲੇ ਜਾਂਦਾ ਹੈ ਨਾ, ਫਿਰ ਵਾਪਸ ਇਸ ਦੁਨੀਆ ਦੇ ਵਿੱਚ ਨਹੀਂ ਆਉਣਾ ਚਾਹੁੰਦਾ। ਪਰ ਕਈ ਵਾਰ ਕੁਛ ਐਸੇ ਸਵਾਲ ਹੁੰਦੇ ਆ, ਜਿਨ੍ਹਾਂ ਸਵਾਲਾਂ ਦਾ ਜਵਾਬ ਲੈਣ ਵਾਸਤੇ ਇਹੋ ਜਿਹੇ ਜਿਹੜੇ ਨਾਮ ਰਸੀਏ ਹੁੰਦੇ ਆ, ਉਹ ਇਸ ਸੰਸਾਰ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਅਤੇ ਕਿਸੇ ਨਾ ਕਿਸੇ ਮਨੋਰਥ ਦੀ ਪੂਰਤੀ ਵਾਸਤੇ ਫਿਰ ਇਹੋ ਜਿਹੇ ਨਾਮ ਰਸੀਏ ਇਸ ਸੰਸਾਰ ਦੇ ਲੋਕਾਂ ਦਾ ਭਲਾ ਵੀ ਕਰਦੇ ਆ ਅਤੇ ਫਿਰ ਉਸੇ ਹੀ ਜਿਹੜੀ ਦੁਨੀਆ ਹੈਗੀ ਆ, ਅਦ੍ਰਿਸ਼ ਦੁਨੀਆ ਜਿਸ ਨੂੰ ਅਸੀਂ ਆਖਦੇ, ਉਹਦੇ ਵਿੱਚ ਚਲੇ ਜਾਂਦੇ ਆ। ਜਿਵੇਂ ਬੱਚਾ ਜਿਹੜਾ ਸੀਗਾ, ਇਹ ਪਿਛਲੇ ਜਨਮ ਦੇ ਵਿੱਚ ਬਹੁਤ ਵੱਡਾ ਤਪੱਸਵੀ ਸੀਗਾ, ਪਰ ਆਪਣੀ ਮੌਜ ਦੇ ਕਾਰਨ ਇਹ ਇਸ ਸੰਸਾਰ ਦੇ ਵਿੱਚ ਆਇਆ। ਇਹਨੇ ਜਨਮ ਲਿਆ, ਜਨਮ ਤਾਂ ਇਹਨੇ ਆਮ ਇਨਸਾਨਾਂ ਵਾਂਗੂ ਲਿਆ ਹੈਗਾ, ਪਰ ਸਮਾਂ ਪਾ ਕੇ ਜਿਸ ਲੋਕ 'ਚ ਆਇਆ ਸੀਗਾ ਨਾ, ਉਸੇ ਲੋਕ 'ਚ ਵਾਪਸ ਚਲੇ ਗਿਆ। ਜਿਸ ਸਾਧੂ ਦੇ ਤੇ ਅੱਜ ਦਰਸ਼ਨ ਕੀਤੇ ਆ, ਇਹੋ ਜਿਹੜਾ ਸਾਧੂ ਹੈਗਾ ਨੌਜਵਾਨ ਵਾ, ਉਹੀ CEO ਸਾਹਿਬ ਦਾ ਲੜਕਾ ਸੀਗਾ ਜਿਹੜਾ ਕਈ ਸਾਲ ਪਹਿਲਾਂ ਮੂਰਤੀ 'ਚ ਸਮਾ ਗਿਆ ਸੀਗਾ। ਅਤੇ ਸਾਡੇ ਪਾਸ ਫਿਰ ਆਪਣੇ ਸਵਾਲਾਂ ਦੇ ਜਵਾਬ ਤਸੱਲੀ ਦੇ ਨਾਲ ਲੈ ਕੇ ਅਤੇ ਮਨ ਦੇ ਵਿੱਚ ਸੰਤੋਖ ਧਾਰਨ ਕਰਕੇ ਵਾਪਸ ਉਸ ਦੁਨੀਆ 'ਚ ਲੌਟ ਗਿਆ ਹੈਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਸੰਸਾਰ ਦੇ ਅੰਦਰ ਕਈ ਐਸੇ ਗੁੱਝੇ ਰਹੱਸ ਹੁੰਦੇ ਆ, ਜਿਨ੍ਹਾਂ ਰਹੱਸਾਂ ਨੂੰ ਕੇਵਲ ਅਤੇ ਕੇਵਲ ਬ੍ਰਹਮ ਗਿਆਨੀ ਮਹਾਂਪੁਰਖ ਹੀ ਜਾਣਦੇ ਆ। ਸੰਸਾਰ ਜਾਣਦਾ ਨਾ ਜਾਣਦਾ ਹੋਇਆ ਵੀ ਇਹਨਾਂ ਰਹੱਸਾਂ ਤੋਂ ਅਣਜਾਣ ਰਹਿੰਦਾ ਹੈਗਾ। ਪਰ ਇਹ ਗੱਲ ਜਿਹੜੀ ਆ ਉਹ ਪੱਕੀ ਆ ਕਿ ਗੁਰਮੁਖ ਆਵੇ ਜਾਵੇ ਨਿਸੰਗ। ਜਿਹੜੇ ਗੁਰਮੁਖ ਆਦਮੀ ਆ, ਉਹਨਾਂ ਵਾਸਤੇ ਲੋਕ ਅਤੇ ਪਰਲੋਕ ਦੇ ਦਰਵਾਜ਼ੇ ਸਦਾ ਖੁੱਲ੍ਹੇ ਹੁੰਦੇ ਆ। ਜਦ ਉਹ ਜੀ ਚਾਹੇ ਅਤੇ ਇਸ ਲੋਕ ਤੋਂ ਨਾ ਪਰਲੋਕਾਂ ਦੀ ਸੈਰ ਕਰਕੇ ਵਾਪਸ ਇਸ ਲੋਕ 'ਚ ਆ ਜਾਂਦੇ ਆ। ਸੋ ਦਾਸ ਇੰਨੇ ਹੀ ਵਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।